ਹੈਲੋ ਐਵਰੀਵਨ। ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣਾ ਅਕਾਊਂਟਸ ਦਾ ਲੈਕਚਰ 3 ਸਟਾਰਟ ਕਰਨ ਲੱਗੇ ਹਾਂ। ਅਸੀਂ ਫਸਟ ਲੈਕਚਰ ਸੈਕੰਡ ਲੈਕਚਰ ਵਿੱਚ ਸਾਰੇ ਬੇਸਿਕ ਟਰਮਸ ਪੜ੍ਹੇ ਸੀ ਕਿ ਅਕਾਊਂਟਿੰਗ ਕੀ ਹੁੰਦੀ ਹੈ, ਅਕਾਊਂਟਿੰਗ ਦੇ ਰੂਲਸ ਐਂਡ ਰੈਗੂਲੇਸ਼ਨ ਕੀ ਹੈ, ਕਿਹੜੇ ਕਿਹੜੇ ਸਟੈਂਡਰਡਸ ਹੈ, ਕਿਹੜੀ ਕਿਹੜੀ ਪੋਲਿਸੀਜ਼ ਹੈ, ਕੀ ਕੀ ਅਪਲਾਈ ਕਰਨਾ ਪੈਂਦਾ ਹੈ। ਅਸੀਂ ਸਾਰਾ ਟਰਮਸ ਵੀ ਦੇਖੇ ਸੀ। ਕੁਝ ਅਸੀਂ ਅਕਾਊਂਟਿੰਗ ਰੂਲਸ ਦੇਖੇ ਸੀ, ਗੋਲਡਨ ਰੂਲਸ ਦੇਖੇ ਸੀ ਆਪਾਂ ਨੇ, ਉਹਨਾਂ ਨੂੰ ਸਮਝਿਆ ਸੀ, ਟਾਈਪਸ ਆਫ ਅਕਾਊਂਟਿੰਗ ਨੂੰ ਸਮਝਿਆ ਸੀ। ਅਸੀਂ ਜਿੰਨਾ ਵੀ ਹੁਣ ਬੇਸਿਕ ਪੜ੍ਹਿਆ ਉਸ ਦਾ ਹੁਣ ਪ੍ਰੈਕਟੀਕਲ ਵਿੱਚ ਆਪਾਂ ਕਿਸ ਤਰ੍ਹਾਂ ਅਪਲਾਈ ਕਰਨਾ ਹੈ, ਉਹ ਅੱਜ ਅਸੀਂ ਸਟਾਰਟ ਕਰਨ ਲੱਗੇ ਹਾਂ। ਤੁਹਾਨੂੰ ਸਮਝ ਆਉਣਾ ਜ਼ਰੂਰੀ ਹੈ, ਕਿਉਂਕਿ ਜਦ ਤੁਸੀਂ ਅੱਜ ਪਹਿਲਾ ਸਟੈਪ ਹੈ ਜਰਨਲ ਨੂੰ ਸਮਝਣਾ ਜ਼ਰੂਰੀ ਹੈ। ਇਹ ਇੱਕ ਨੀਂਵ ਹੈ, ਮਤਲਬ ਕਿ ਤੁਹਾਨੂੰ ਟ੍ਰਾਂਜੈਕਸ਼ਨ ਆਉਣੀ ਜ਼ਰੂਰੀ ਹੈ, ਤੁਹਾਨੂੰ ਐਂਟਰੀ ਪਤਾ ਹੋਣੀ ਜ਼ਰੂਰੀ ਹੈ। ਜਿਸ ਆਧਾਰ 'ਤੇ ਤੁਸੀਂ ਅੱਗੇ ਲੈਜਰ ਨੂੰ ਸਮਝ ਪਾਓਗੇ, ਟਰਾਇਲ ਬੈਲੈਂਸ ਨੂੰ ਸਮਝ ਪਾਓਗੇ, ਫਾਈਨੈਂਸ਼ੀਅਲ ਸਟੇਟਮੈਂਟ ਨੂੰ ਸਮਝ ਪਾਓਗੇ। ਜੇ ਤੁਸੀਂ ਅੱਜ ਜਰਨਲ ਨੂੰ ਨਹੀਂ ਸਮਝਿਆ ਤਾਂ ਤੁਸੀਂ ਅੱਗੇ ਨਹੀਂ ਸਮਝ ਪਾਓਗੇ। ਕੋਈ ਵੀ MCQs ਹੈ ਉਹਦਾ ਥਿਓਰੇਟੀਕਲ ਬੇਸ ਦੇ ਪਿੱਛੇ ਉਹਦਾ ਪ੍ਰੈਕਟੀਕਲ ਵੇ ਨੂੰ ਸਮਝਣਾ ਜ਼ਰੂਰੀ ਹੈ। ਅਕਾਊਂਟਿੰਗ ਦਾ ਪ੍ਰੈਕਟੀਕਲ ਨਾਲ ਹੀ ਤੁਸੀਂ ਥਿਊਰੀ ਸਮਝ ਪਾਓਗੇ। ਠੀਕ ਹੈ ਫਰੈਂਡਸ, ਅੱਜ ਅਸੀਂ ਜਰਨਲ ਦੇਖਣ ਲੱਗੇ ਹਾਂ। ਜਰਨਲ ਆਪਾਂ ਕਿਹਨੂੰ ਕਹਾਂਗੇ? ਜਰਨਲ ਨੂੰ ਕਹਾਂਗੇ ਬੁੱਕਸ ਆਫ ਅਕਾਊਂਟਸ। ਮਤਲਬ ਜਰਨਲ ਆਪਾਂ ਕਹਿ ਸਕਦੇ ਹਾਂ ਕਿ ਜਰਨਲ ਇੱਕ ਤਰ੍ਹਾਂ ਦਾ ਆਪਣਾ ਡਿਟੇਲਸ ਹੈ, ਰਿਕਾਰਡ ਹੈ, ਇੱਕ ਸਬੂਤ ਹੈ ਕਿ ਸਾਡੀ ਟ੍ਰਾਂਜੈਕਸ਼ਨ ਹੋਈ ਹੈ। ਦੋ ਪਾਰਟੀਆਂ ਵਿੱਚ ਆਪਸ ਵਿੱਚ ਟ੍ਰਾਂਜੈਕਸ਼ਨ ਹੋਈ ਹੈ। ਕੋਈ ਚੀਜ਼ ਮੈਨੇ ਖਰੀਦੀ ਹੈ ਤਾਂ ਮੈਨੇ ਕਿਸੇ ਨੂੰ ਪੈਸਾ ਦਿੱਤਾ ਵੀ ਹੈ, ਤਾਂ ਉਹਦੀ ਮੈਂ ਡੇ ਟੂ ਡੇ ਬੇਸਿਸ 'ਤੇ ਟ੍ਰਾਂਜੈਕਸ਼ਨ ਕਰਾਂਗਾ। ਅਤੇ ਸੈਕੰਡ ਪੁਆਇੰਟ ਹੈ, ਜਰਨਲ ਹੈਜ਼ ਅ 5 ਕੋਲਮ। 5 ਕੋਲਮ ਮਤਲਬ ਕਿ ਇੱਕ ਡੇਟ ਹੁੰਦੀ ਹੈ, ਇੱਕ ਪਰਟੀਕੂਲਰ ਹੁੰਦਾ ਜਿਸ 'ਚ ਮੈਂ ਟ੍ਰਾਂਜੈਕਸ਼ਨ ਕਰਦਾ ਕਿ ਕਿਹੜੀ ਚੀਜ਼ ਮੈਂ ਖਰੀਦੀ ਹੈ ਅਤੇ ਮੈਨੇ ਕੀ ਦਿੱਤਾ, ਉਸਨੂੰ ਪੈਸਾ ਦਿੱਤਾ ਜਾਂ ਮੈਨੇ ਉਸਨੂੰ ਪਾਰਟੀ ਦਾ ਨਾਮ ਲਿਖਿਆ, ਉਸ ਨੂੰ ਮੈਂ ਡੇਟ ਕਰਾਂ। ਇੱਕ ਲੈਜਰ ਫੋਲੀਓ ਹੁੰਦਾ। ਲੈਜਰ ਹੁੰਦਾ ਕਿ ਅਕਾਊਂਟਸ ਜਦੋਂ ਮੈਂ ਐਂਟਰੀ ਪਾ ਰਿਹਾ ਨਾ, ਅਤੇ ਨਾਲ ਮੈਂ ਉਸ ਪਰਟੀਕੂਲਰ ਅਕਾਊਂਟ ਵਿੱਚ ਉਸਦੀ ਵੀ ਐਂਟਰੀ ਪਾ ਰਿਹਾ। ਮਤਲਬ ਜੋ ਮੈਂ ਕੈਸ਼ ਮੇਰੇ ਕੋਲ ਆਇਆ, ਮੈਨੇ ਕੋਈ ਚੀਜ਼ ਸੇਲ ਕੀਤੀ ਹੈ, ਮੇਰੇ ਕੋਲ ਕੈਸ਼ ਆਇਆ, ਤਾਂ ਮੈਂ ਉਸ ਕੈਸ਼ ਦਾ ਅਕਾਊਂਟ ਵਿੱਚ ਉਸਦੀ ਡੈਬਿਟ ਸਾਈਡ 'ਤੇ ਮੈਂ ਉਸ ਬੰਦੇ ਦਾ ਨਾਮ ਲਿਖ ਰਿਹਾ ਜਿਸ ਤੋਂ ਮੈਨੇ ਪੈਸਾ ਲਿੱਤਾ, ਤਾਂ ਉਹ ਲੈਜਰ ਫੋਲੀਓ ਹੋ ਗਿਆ। ਤਾਂ ਜਦੋਂ ਮੈਂ ਜਰਨਲ ਬਣਾ ਰਿਹਾ ਹੁੰਦਾ ਨਾ, ਤਾਂ ਉਸ ਵਿੱਚ ਜਦੋਂ ਲੈਜਰ ਫੋਲੀਓ ਆਉਂਦਾ ਤਾਂ ਉਸ ਦਾ ਮੈਂ ਨੰਬਰ ਲਿਖਦਾ। ਜਿੱਥੇ ਮੈਂ ਨੰਬਰ ਦੇਖ ਕੇ ਮੈਂ ਉਸ ਲੈਜਰ ਦੇ ਉਸ ਨੰਬਰ 'ਤੇ ਪਹੁੰਚ ਜਿੱਥੇ ਮੇਰਾ ਅਕਾਊਂਟ ਕ੍ਰੀਏਟ ਹੈ, ਜਿੱਥੇ ਮੈਨੇ ਖਾਤਾ ਖੋਲ੍ਹਿਆ ਹੋਇਆ, ਜਿਸ 'ਚ ਮੈਨੇ ਸਾਰੀ ਡਿਟੇਲਸ ਰੱਖੀਆਂ ਹੋਈਆਂ, ਉਸ ਨੂੰ ਕਹਾਂਗੇ ਲੈਜਰ ਫੋਲੀਓ। ਅਤੇ ਫਿਰ ਅੱਗੇ ਕੀ ਹੈ? ਡੈਬਿਟ ਅਤੇ ਕ੍ਰੈਡਿਟ। ਹੁਣ ਅੱਗੇ ਜੋ ਆਪਾਂ ਦੇਖੀਏ, 올 ਦੀ ਟ੍ਰਾਂਜੈਕਸ਼ਨਸ ਰਿਕਾਰਡ ਇਨ ਜਰਨਲ। ਸਾਰੀਆਂ ਟ੍ਰਾਂਜੈਕਸ਼ਨ ਨੂੰ ਰਿਕਾਰਡ ਕੀਤਾ ਜਰਨਲ ਵਿੱਚ। ਮੈਂ ਤੁਹਾਨੂੰ ਹੁਣੇ ਦੱਸਿਆ ਹੀ ਹੈ। ਉਹਨੂੰ ਕ੍ਰੋਨੋਲੋਜੀਕਲ ਆਰਡਰ 'ਚ ਵੀ ਰਿਕਾਰਡ ਕਰਨਾ ਜ਼ਰੂਰੀ ਹੈ, ਮਤਲਬ ਕਿ ਡੇ ਟੂ ਡੇ ਬੇਸਿਸ ਵਿੱਚ। ਇਹ ਨਾ ਹੋਵੇ ਕਿ ਤੁਸੀਂ 1 ਜਨ ਨੂੰ ਕਰ ਰਹੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਮਹੀਨੇ ਦਾ ਫੈਬਰਾ ਸਟਾਰਟ ਕਰਤਾ, ਮਿਕਸ ਕਰੀ ਜਾਂਦੇ ਹੋ। ਮਤਲਬ ਟ੍ਰਾਂਜੈਕਸ਼ਨ ਨੂੰ ਕ੍ਰੋਨੋਲੋਜੀਕਲ ਆਰਡਰ ਵਿੱਚ ਰਿਕਾਰਡ ਕਰਨਾ ਜ਼ਰੂਰੀ ਹੈ। ਹੁਣ ਆ ਜਿਹੜਾ ਇਹ ਡੈਫੀਨੇਸ਼ਨ ਹੈ ਨਾ, ਇਹ ਬਹੁਤ ਜ਼ਰੂਰੀ ਹੈ। ਕਈ ਵਾਰੀ ਬੱਚੇ 'ਚ ਕਨਫਿਊਜ਼ ਹੋ ਜਾਂਦੇ ਆ। ਪ੍ਰੋਸੈਸ ਆਫ ਰਿਕਾਰਡਿੰਗ ਇਨ ਜਰਨਲ ਇਜ਼ ਨੋਨ ਐਜ਼ ਜਰਨਲਾਈਜ਼ਿੰਗ। ਉੱਥੇ MCQs ਪੁੱਛ ਲਿਆ ਜਾਵੇ ਕਿ ਪ੍ਰੋਸੈਸ ਆਫ ਰਿਕਾਰਡਿੰਗ ਇਨ ਜਰਨਲ ਇਜ਼ ਨੋਨ ਐਜ਼, ਜਰਨਲ ਕਹਾਂਗੇ, ਜਰਨਲ ਐਂਟਰੀ ਕਹਾਂਗੇ, ਕੀ ਕਹਾਂਗੇ? ਜਰਨਲਾਈਜ਼ਿੰਗ ਕਹਾਂਗੇ। ਉਸ ਤੋਂ ਅੱਗੇ ਹੁਣ ਆਪਾਂ ਜਦੋਂ ਸ਼ੁਰੂਆਤ 'ਚ ਲੈਕਚਰ ਕਰਵਾਇਆ ਸੀ, ਤਾਂ ਤੁਹਾਨੂੰ ਮੈਂ ਪਹਿਲਾ ਲੈਕਚਰ ਸੀ ਜੋ ਤੁਹਾਨੂੰ ਮੈਂ ਦੱਸਿਆ ਕਿ ਤੁਹਾਨੂੰ ਆਲਾ ਦੁਆਲਾ ਦੇਖਣਾ। ਅੱਜ ਅਸੀਂ ਉਹਦੀ ਐਗਜ਼ਾਮਪਲ ਲਵਾਂਗੇ, ਕਿਉਂਕਿ ਜਦੋਂ ਪਿੱਛੇ ਆਪਾਂ ਅਕਾਊਂਟਿੰਗ ਰੂਲਸ ਪੜ੍ਹੇ ਹੈ, ਉਹਨਾਂ ਨੂੰ ਇੱਕ ਵਾਰੀ ਦੁਬਾਰਾ ਰਿਵਾਈਜ਼ ਕਰ ਲਿਓ। ਤੁਹਾਨੂੰ ਉਹ ਨਾਲ ਲੈ ਕੇ ਚੱਲਣਾ, ਬਸ ਉਸਦੇ ਨਾਲ ਤੁਹਾਨੂੰ ਕੁਛ ਸਮਝਣਾ ਜ਼ਰੂਰੀ ਹੈ। ਮਤਲਬ ਕਿ ਹੁਣ ਜੋ ਮੈਂ ਤੁਹਾਨੂੰ ਸਮਝਾਉਣ ਲੱਗਾ, ਉਹ ਤੁਹਾਡਾ ਮਤਲਬ ਰੋਜ਼ ਦਾ ਤੁਹਾਡਾ ਪ੍ਰੈਕਟੀਕਲ ਹੈ, ਤੁਹਾਡਾ ਰੋਜ਼ ਦਾ ਕਰਨ ਦਾ ਤਰੀਕਾ ਹੈ। ਆਪਾਂ ਨੂੰ ਜਦੋਂ ਮੈਥ ਵਿੱਚ ਆਪਾਂ ਕੀ ਕਰਦੇ ਹੁੰਦੇ, ਪਲੱਸ ਮਾਈਨਸ ਕਰਦੇ ਸੀ। ਕੋਈ ਚੀਜ਼ ਵੱਧੀ ਤਾਂ ਪਲੱਸ ਕਰਤਾ, ਕੋਈ ਚੀਜ਼ ਘਟੀ ਤਾਂ ਮਾਈਨਸ ਕਰਤਾ। ਤਾਂ ਅਕਾਊਂਟਿੰਗ ਟਰਮਸ ਵਿੱਚ ਆਪਾਂ ਉਸ ਨੂੰ ਕੀ ਕਹਿੰਦੇ ਹੁੰਦੇ? ਡੈਬਿਟ ਅਤੇ ਕ੍ਰੈਡਿਟ। ਕੁਝ ਵਧਿਆ ਤਾਂ ਡੈਬਿਟ ਕਰਤਾ, ਕੁਝ ਘਟਿਆ ਤਾਂ ਕ੍ਰੈਡਿਟ ਕਰਤਾ। ਲੈਣ ਦੇਣ ਹੋ ਗਿਆ, ਇੱਕ ਦੂਜੇ ਨਾਲ ਲੈਣ ਦੇਣ ਹੋ ਗਿਆ। ਮੇਰੇ ਕੋਲ ਕੁਝ ਆਇਆ ਗੈਟ, ਮੇਰੇ ਕੋਲ ਕੁਝ ਗਿਆ ਗਿਵ, ਕ੍ਰੈਡਿਟ ਕੀਤਾ। ਇਹ 3 ਤਰ੍ਹਾਂ ਨਾਲ ਹੋ ਸਕਦਾ। ਪਹਿਲੇ ਆਏ ਚੀਜ਼ਾਂ ਨਾਲ, ਮਤਲਬ ਪਹਿਲੀ ਚੀਜ਼ ਆ ਗਈ ਚੀਜ਼ਾਂ ਨਾਲ। ਫੋਰ ਐਗਜ਼ਾਮਪਲ, ਪਹਿਲਾ ਪੈਨ ਪਰਚੇਸ ਕੀਤਾ ਆਪਾਂ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ ਕਿ ਆਪਾਂ ਨੇ ਪੈਨ ਪਰਚੇਸ ਕੀਤਾ। ਹੁਣ ਜਦੋਂ ਆਪਾਂ ਪੈਨ ਪਰਚੇਸ ਕੀਤਾ
ਤਾਂ ਆਪਾਂ ਕੀ ਲਿੱਤਾ, ਆਪਾਂ ਕੋਲ ਪੈਨ ਆਇਆ, ਪੈਨ ਕੀ ਹੋ ਗਿਆ, ਡੈਬਿਟ ਹੋ ਗਿਆ। ਅਤੇ ਆਪਣੇ ਕੋਲੋਂ ਕੀ ਗਿਆ, ਕੈਸ਼ ਗਿਆ, ਕੈਸ਼ ਗਿਆ ਨਾ ਆਪਣੇ ਵੱਲੋਂ, ਅਤੇ ਕੀ ਹੋ ਗਿਆ, ਕ੍ਰੈਡਿਟ ਹੋ ਗਿਆ। ਜਦੋਂ ਆਪਾਂ ਨੇ ਇਸ ਚੀਜ਼ ਨੂੰ ਸਮਝ ਲਿਆ, ਹੁਣ ਆਪਾਂ ਰੂਲਸ ਵੀ ਦੇਖਾਂਗੇ। ਆਪਾਂ ਨੇ ਪੈਨ ਨੂੰ ਡੈਬਿਟ ਕਿਉਂ ਕੀਤਾ, ਆਪਣੇ ਐਕਸਪੈਂਸਿਸ ਹੈ, ਆਪਾਂ ਪੜ੍ਹ ਕੇ ਆਏ ਹਾਂ ਪਿੱਛੇ, ਨੋਮੀਨਲ ਵਿੱਚ ਡੈਬਿਟ ਆਲ ਐਕਸਪੈਂਸਿਸ, ਅਤੇ ਆਪਣੇ ਨੂੰ ਕੀ ਗਿਆ, ਕੈਸ਼ ਗਿਆ। ਕੈਸ਼ ਕੀ ਹੈ, ਰੀਅਲ ਅਕਾਊਂਟ। ਡੈਬਿਟ ਵਰਡਸ ਕਮਸ ਇਨ, ਕ੍ਰੈਡਿਟ ਵਰਡਸ ਗੋਜ਼ ਆਊਟ। ਕੀ ਗਿਆ, ਕੈਸ਼ ਗਿਆ। ਉਹ ਆਪਾਂ ਨੂੰ ਉਸ ਵੇਲੇ ਸਮਝ ਲਿਆ। ਜੇ ਆਪਾਂ ਰੋਜ਼ ਦਾ ਆਪਣਾ ਇੱਕ ਆਪਣਾ ਜਨਰਲ ਵਿੱਚ ਸਮਝੀਏ ਤਾਂ ਉਹ ਜੋ ਤੁਹਾਨੂੰ ਉਰੇ ਪਲੱਸ ਮਾਈਨਸ ਸਮਝਾਇਆ ਤਾਂ ਉਰੇ ਤੁਹਾਨੂੰ ਸਮਝ ਆ ਗਿਆ ਕਿ ਮੇਰੇ ਕੋਲ ਕੀ ਆਇਆ, ਪੈਨ ਆਇਆ, ਅਤੇ ਮੇਰੇ ਕੋਲ ਕੀ ਗਿਆ, ਕੈਸ਼ ਗਿਆ, ਪੈਸਾ ਗਿਆ ਮੇਰੇ ਤੋਂ। ਦੂਜਾ, ਮੋਬਾਈਲ ਪਰਚੇਸ ਕੀਤਾ। ਮੈਨੇ ਮੋਬਾਈਲ ਪਰਚੇਸ ਕੀਤਾ ਕਿਸੇ ਪਾਰਟੀ ਤੋਂ, ਠੀਕ ਹੈ, ਮੈਨੇ ਕੈਸ਼ ਵਿੱਚ ਪਰਚੇਸ ਕੀਤਾ। ਜਦੋਂ ਮੈਨੇ ਕੈਸ਼ ਵਿੱਚ ਪਰਚੇਸ ਕੀਤਾ ਤਾਂ ਮੈਨੇ ਕੀ ਲਿਖਿਆ, ਮੇਰੇ ਕੋਲ ਮੋਬਾਈਲ ਆਇਆ, ਮੋਬਾਈਲ ਅਕਾਊਂਟ ਡੈਬਿਟ, ਮੈਨੇ ਮੋਬਾਈਲ ਨੂੰ ਡੈਬਿਟ ਕਰਤਾ। ਮਤਲਬ ਕਿ ਮੇਰੇ ਕੋਲ ਮੋਬਾਈਲ ਆਇਆ ਅਤੇ ਮੇਰੇ ਤੋਂ ਕੀ ਗਿਆ, ਕੈਸ਼। ਕੈਸ਼ ਨੂੰ ਕੀ ਕੀਤਾ, ਮੈਨੇ ਕ੍ਰੈਡਿਟ ਕਰਤਾ। ਠੀਕ ਹੈ ਨਾ। ਉਸ ਤੋਂ ਅੱਗੇ ਆਪਾਂ ਮੋਟਰਸਾਈਕਲ ਦਾ ਸੇਲ ਕੀਤੀ। ਹੁਣ ਇਸ 'ਚ ਆਪਾਂ ਕੀ ਕਰ ਰਹੇ ਹਾਂ, ਇਸ 'ਚ ਆਪਾਂ ਸੇਲ ਕਰ ਰਹੇ ਹਾਂ। ਸੇਲ ਵਿੱਚ ਆਪਾਂ ਕੀ ਕਰਾਂਗੇ, ਆਪਣੇ ਕੋਲ ਜੇ ਆਪਾਂ ਕੁਝ ਸੇਲ ਕਰਦੇ ਹਾਂ, ਆਪਾਂ ਕੋਈ ਚੀਜ਼ ਲੈਣ ਲਈ ਸੇਲ ਕਰਦੇ ਹਾਂ, ਆਪਾਂ ਪੈਸਾ ਲੈਣ ਲਈ ਸੇਲ ਕਰਦੇ ਹਾਂ। ਕੋਈ ਚੀਜ਼ ਵੇਚੀ ਆਪਾਂ ਨੇ, ਉਸ ਤੋਂ ਸਾਨੂੰ ਕੀ ਪ੍ਰਾਪਤ ਹੋਏਗਾ, ਪੈਸਾ ਪ੍ਰਾਪਤ ਹੋਏਗਾ। ਪੈਸਾ ਆਇਆ ਮਤਲਬ ਡੈਬਿਟ। ਕ੍ਰੈਡਿਟ ਕੀ ਹੋਏਗਾ, ਮੋਟਰਸਾਈਕਲ। ਕਈ ਵਾਰੀ ਇਹ ਕ੍ਰੈਡਿਟ 'ਤੇ ਵੀ ਹੋ ਸਕਦਾ, ਮਤਲਬ ਉਧਾਰੀ 'ਤੇ ਵੀ ਹੋ ਸਕਦਾ। ਮੈਂ ਉਧਾਰੀ 'ਤੇ ਮਾਲ ਵੇਚਿਆ, ਉਰੇ ਮੈਂ ਲਿਖਾਂ ਮੋਟਰਸਾਈਕਲ ਸੇਲ ਔਨ ਕ੍ਰੈਡਿਟ ਜਾਂ ਔਨ ਕ੍ਰੈਡਿਟ ਕੀਤਾ ਮੈਨੇ ਰਾਮ ਨੂੰ ਇਹ ਮੈਨੇ ਉਧਾਰ 'ਤੇ ਦੇ ਤਾ। ਠੀਕ ਹੈ। ਉਰੇ ਮੈਂ ਪੈਸਾ ਨਹੀਂ, ਮੈਂ ਉਰੇ ਕੈਸ਼ ਤਾਂ ਆਇਆ ਨਹੀਂ ਮੇਰੇ ਕੋਲ ਕੀ ਆਇਆ, ਮੇਰੇ ਕੋਲ ਰਾਮ ਦਾ ਨਾਮ ਦਾ ਬੰਦਾ ਆਇਆ, ਮਤਲਬ ਉਹਨੂੰ ਮੈਂ ਡੈਬਿਟ ਕਰਾਂਗਾ। ਕਿਉਂ ਮੈਂ ਡੈਬਿਟ ਕਰਾਂਗਾ, ਕਿਉਂਕਿ ਮੇਰੇ ਕੋਲ ਕੈਸ਼ ਨਹੀਂ ਆਇਆ ਹਾਲੇ। ਜਦ ਮੇਰੇ ਕੋਲ ਕੈਸ਼ ਆ ਜਾਏਗਾ ਮੈਂ ਉਸ ਨੂੰ ਤਦ ਡੈਬਿਟ ਕਰਾਂਗਾ। ਉਰੇ ਮੈਂ ਕਹਾਂਗਾ ਕਿ ਰਾਮ ਅਕਾਊਂਟ ਡੈਬਿਟ, ਕਿਉਂਕਿ ਮੈਂ ਹਾਲੇ ਉਸ ਤੋਂ ਪੈਸੇ ਲੈਣੇ ਨੇ, ਮੈਂ ਉਹ ਕ੍ਰੈਡਿਟ 'ਤੇ ਹੈ। ਰਾਮ ਅਕਾਊਂਟ ਡੈਬਿਟ ਟੂ ਮੋਟਰਸਾਈਕਲ, ਇਹ ਹੋ ਗਈ ਪਹਿਲੀ ਐਂਟਰੀ। ਮੋਟਰਸਾਈਕਲ ਕਿਉਂ ਕ੍ਰੈਡਿਟ ਹੋਇਆ, ਸਾਡੇ ਵੱਲੋਂ ਗਈ ਚੀਜ਼ ਤਾਂ ਚੱਲੀ ਗਈ, ਹਾਲੇ ਪੈਸੇ ਨਹੀਂ ਆਏ, ਬਸ ਉਧਾਰੀ 'ਤੇ ਹੈ, ਕ੍ਰੈਡਿਟ 'ਤੇ ਹੈ। ਉਸ ਬੰਦੇ ਦਾ ਨਾਮ ਆ ਜਾਏਗਾ, ਕੈਸ਼ ਦੀ ਜਗ੍ਹਾ ਉਸ ਬੰਦੇ ਦਾ ਨਾਮ ਆ ਜਾਏਗਾ ਬਸ। ਜੇ ਹੁਣ ਜਦੋਂ ਪੈਸੇ ਸਾਨੂੰ ਦੇਗਾ, ਸਪੋਜ਼ 10 ਦਿਨਾਂ ਬਾਅਦ ਦੇ ਰਿਹਾ, ਜੋ ਸਾਨੂੰ ਉਹ ਪੈਸੇ ਦੇਗਾ ਤਾਂ ਅਸੀਂ ਕੀ ਕਰਾਂਗੇ, ਅਸੀਂ ਕਹਾਂਗੇ ਕੈਸ਼ ਅਕਾਊਂਟ ਡੈਬਿਟ। ਕੈਸ਼ ਮਤਲਬ ਡੈਬਿਟ ਹੋਏਗਾ, ਸਾਡੇ ਕੋਲ ਪੈਸਾ ਆ ਗਿਆ। ਬਟ ਕ੍ਰੈਡਿਟ ਕੀ ਕਰਾਂਗੇ, ਕ੍ਰੈਡਿਟ ਆਪਾਂ ਮੋਟਰਸਾਈਕਲ ਨਹੀਂ ਕਰਾਂਗੇ, ਕਿਉਂਕਿ ਮੋਟਰਸਾਈਕਲ ਆਪਾਂ ਪਹਿਲੀ ਐਂਟਰੀ ਵਿੱਚ ਕਰ ਚੁੱਕੇ ਹਾਂ। ਹੁਣ ਕੀ ਕਰਾਂਗੇ, ਹੁਣ ਸਿਰਫ ਆਪਾਂ ਉਸ ਬੰਦੇ ਦਾ ਨਾਮ ਕਰਾਂਗੇ, ਕਿਉਂਕਿ ਉਸ ਸਿਰਫ ਆਪਾਂ ਬੰਦੇ ਨਾਲ ਉਹਦਾ ਲੈਣਾ ਦੇਣਾ ਰਹਿ ਗਿਆ। ਸਾਡੇ ਵੱਲੋਂ ਤਾਂ ਐਸਟ ਚਲਾ ਗਿਆ, ਮੋਟਰਸਾਈਕਲ ਚਲਾ ਗਿਆ। ਠੀਕ ਹੈ ਫਰੈਂਡਸ, ਸਮਝ ਗਏ। ਹੁਣ ਜਿਹੜਾ ਸੈਕਿੰਡ ਪੁਆਇੰਟ ਹੈ ਉਹ ਹੈ ਸਰਵਿਸਿਸ ਆਪਾਂ ਕਿਹਨੂੰ ਕਵਾਂਗੇ। ਹੁਣ ਜੇ ਆਪਾਂ ਸਰਵਿਸ ਸਮਝੀਏ, ਆਪਾਂ ਕੁਛ ਵੀ ਹੈ, ਟਿਊਸ਼ਨ ਕਲਾਸਿਸ ਲੈਂਦੇ ਹਾਂ, ਟਿਊਸ਼ਨ ਕਲਾਸਿਸ ਇੰਟਰਨੈਟ ਦਾ ਯੂਜ਼ ਕਰਦੇ ਹਾਂ, ਆਪਾਂ ਕੋਈ ਵੀ ਸਰਵਿਸ ਹੈ, ਐਜੂਕੇਸ਼ਨ ਹੋ ਗਿਆ, ਕੁਛ ਵੀ ਹੈ, ਟਿਊਸ਼ਨ ਕਲਾਸਿਸ, ਆਪਾਂ ਇੰਟਰਨੈਟ ਦੀ ਗੱਲ ਕਰ ਲੈਂਦੇ ਹਾਂ। ਹੁਣ ਆਪਾਂ ਇੰਟਰਨੈਟ ਚਾਰਜਿਸ ਲੱਗਦੇ ਹਾਂ ਆਪਣੇ, ਆਪਾਂ ਉਹਦੀ ਸਰਵਿਸ ਲੈਂਦੇ ਹਾਂ। ਆਪਾਂ ਸਰਵਿਸ ਲੈਂਦੇ ਹਾਂ ਤਾਂ ਆਪਾਂ ਕੀ ਕਰਦੇ ਹਾਂ, ਇੰਟਰਨੈਟ ਚਾਰਜਿਸ ਲੱਗਦੇ ਆ ਨਾ ਆਪਣੇ, ਇੰਟਰਨੈਟ ਚਾਰਜਿਸ ਅਕਾਊਂਟ ਡੈਬਿਟ। ਸਾਡੇ ਕੋਲ ਕੀ ਆਇਆ, ਸਰਵਿਸ ਆਈ, ਇੰਟਰਨੈਟ ਨੂੰ ਆਪਾਂ ਡੈਬਿਟ ਕਰਾਂਗੇ। ਕ੍ਰੈਡਿਟ ਕਿਸ ਨੂੰ ਕਰਾਂਗੇ, ਕੈਸ਼ ਨੂੰ, ਕਿਉਂਕਿ ਸਾਡੇ ਹੱਥੋਂ ਪੈਸਾ ਗਿਆ ਤਾਂ ਇਸ ਨੂੰ ਆਪਾਂ ਕ੍ਰੈਡਿਟ ਕਰਾਂਗੇ। ਸਮਝੇ। ਤਾਂ ਉਸ ਤੋਂ ਬਾਅਦ ਟਿਊਸ਼ਨ ਕਲਾਸਿਸ ਹੈ, ਇਹ ਉਲਟਾ ਵੀ ਹੋ ਸਕਦਾ ਹੈ, ਮਤਲਬ ਕਿ ਜਦੋਂ ਆਪਾਂ ਟਿਊਸ਼ਨ ਕਲਾਸ ਦੀ ਗੱਲ ਕਰ ਰਹੇ ਹਾਂ, ਆਪਾਂ ਸਰਵਿਸ ਦੇ ਵੀ ਸਕਦੇ ਹਾਂ। ਹੁਣ ਮੈਂ ਟਿਊਸ਼ਨ ਕਲਾਸਿਸ, ਕੋਈ ਬੱਚਾ ਪੜ੍ਹਾਉਂਦਾ ਵੀ ਤਾਂ ਹੋਏਗਾ, ਬੱਚਾ ਪੜ੍ਹਾ ਰਿਹਾ ਹੁਣ ਤਾਂ ਉਹ ਟਿਊਸ਼ਨ ਦੇ ਰਿਹਾ ਬੱਚਿਆਂ ਨੂੰ, ਮਤਲਬ ਪੜ੍ਹਾ ਰਿਹਾ, ਤਾਂ ਉਸ ਕੋਲ ਕੀ ਆਏਗਾ, ਫੀਸ ਆਏਗੀ। ਕੈਸ਼ 'ਚ ਆਏਗੀ, ਕੈਸ਼ ਅਕਾਊਂਟ ਡੈਬਿਟ, ਕਿਉਂਕਿ ਉਸ ਕੋਲ ਫੀਸ ਆਈ। ਟੂ ਕੀ ਆਏਗਾ, ਮਤਲਬ ਕਿ ਕ੍ਰੈਡਿਟ 'ਚ ਕੀ ਆਏਗਾ, ਮੈਨੇ ਕੀ ਦਿੱਤਾ ਉਸ ਨੂੰ, ਮੈਨੇ ਉਸ ਨੂੰ ਟਿਊਸ਼ਨ ਸਰਵਿਸਿਜ਼ ਦਿੱਤੀਆਂ। ਠੀਕ ਹੈ ਫਰੈਂਡਸ। ਹੁਣ ਤੀਜਾ ਆ ਜਾਏਗਾ ਪ੍ਰੋਮਿਸ ਐਂਡ ਟਰਸਟ। ਮੈਨੇ ਵਿਸ਼ਵਾਸ 'ਤੇ ਵੀ ਚੀਜ਼, ਮੈਂ ਜਦੋਂ ਉੱਪਰਲੀ ਗੱਲ ਕਰ ਰਿਹਾ ਸੀ ਉਹ ਉਰੇ ਲਾਗੂ ਹੁੰਦੀ ਹੈ। ਮੈਨੇ ਉਸ 'ਤੇ ਵਿਸ਼ਵਾਸ ਕੀਤਾ, ਮੈਨੂੰ ਉਹਨੂੰ ਉਧਾਰ 'ਤੇ ਮਾਲ ਦੇ ਦਿੱਤਾ, ਤਾਂ ਮੈਨੇ ਕੁਝ ਪਰਚੇਸ ਕੀਤਾ, ਮਾਲ ਪਰਚੇਸ ਕੀਤਾ, ਜੋ ਚੀਜ਼ ਮੈਂ ਪਰਚੇਸ ਕੀਤੀ ਉਹ ਡੈਬਿਟ ਹੋ ਜਾਏਗੀ, ਜਿਸ ਤੋਂ ਪਰਚੇਸ ਕੀਤੀ। ਜੇ ਮੈਨੇ ਕੈਸ਼ 'ਤੇ ਪਰਚੇਸ ਕੀਤੀ ਹੁੰਦੀ, ਮੈਨੂੰ ਉਸ ਬੰਦੇ ਦਾ ਨਾਮ ਲਿਖਣ ਦੀ ਲੋੜ ਨਹੀਂ ਸੀ। ਜੇ ਮੈਨੇ ਉਧਾਰੀ 'ਤੇ ਪਰਚੇਸ ਕੀਤੀ ਤਾਂ ਉਰੇ ਮੈਂ ਉਹਨੂੰ ਕ੍ਰੈਡਿਟ ਕਿਸ ਨੂੰ ਕਰਾਂਗਾ, ਉਸ ਬੰਦੇ ਨੂੰ ਕਰਾਂਗਾ, ਮਿਸਟਰ A B C XYZ ਜੋ ਵੀ ਹੈ, ਉਸ ਨੂੰ ਹੀ ਕ੍ਰੈਡਿਟ ਕਰਾਂਗਾ। ਤਾਂ ਪਰਚੇਸਿਸ ਅਕਾਊਂਟ ਡੈਬਿਟ ਟੂ ਮਿਸਟਰ XYZ,
ਜਦੋਂ ਹੋ ਜਾਏਗਾ, ਜਦੋਂ ਮਤਲਬ ਕਿ ਮਤਲਬ ਕਿ ਜਦੋਂ ਮੈਂ ਪੇ ਕਰ ਦਾਂਗਾ, ਜਦੋਂ ਮੈਂ ਪੇ ਕਰ ਦਾਂਗਾ ਉਸ ਨੂੰ, ਤਾਂ ਉਸ ਬੰਦੇ ਦਾ ਨਾਮ ਮੈਂ ਉੱਪਰ ਲਿਖਾਂਗਾ, ਕਿਉਂਕਿ ਮੈਨੇ ਇਸ ਨੂੰ ਪੈਸੇ ਦੇਣੇ, ਮੈਨੇ ਦੇਣੇ ਹੈ ਨਾ। ਤਾਂ ਮੈਂ ਮਿਸਟਰ ਏ ਅਕਾਊਂਟ ਡੈਬਿਟ ਟੂ ਕੈਸ਼, ਕਿਉਂਕਿ ਮੈਨੇ ਉਧਾਰੀ 'ਤੇ ਮਾਲ ਖਰੀਦਿਆ, ਤਾਂ ਮੈਂ ਉਹਨੂੰ ਪੇ ਕਰਾਂਗਾ। ਠੀਕ ਹੈ ਫਰੈਂਡਸ। ਹੁਣ ਅੱਗੇ ਹੈ ਜਨਰਲ ਐਂਟਰੀਜ਼। ਕੁਝ ਜਨਰਲ ਐਂਟਰੀਜ਼ ਹੈ ਜਿਸ ਦਾ ਦੇਖਣਾ ਬਹੁਤ ਜ਼ਰੂਰੀ ਹੈ। ਹੁਣ ਆਪਾਂ ਪ੍ਰੈਕਟੀਕਲ ਵਿੱਚ ਦੇਖਾਂਗੇ ਕਿ ਆਪਾਂ ਜਨਰਲ ਐਂਟਰੀਜ਼ ਨੂੰ ਰਿਕਾਰਡ ਕਿਵੇਂ ਕਰਨਾ ਹੈ। ਪਹਿਲੀ ਜਨਰਲ ਐਂਟਰੀ ਹੈ, ਪਰਚੇਸ ਗੁਡਸ ਫਰੋਮ ਮਿਸਟਰ ਏ ਇਨ ਕੈਸ਼ ਰੁਪੀਜ਼ 10,000। ਆਪਾਂ ਨੇ 10,000 ਦੇ ਗੁਡਸ ਖਰੀਦੇ। ਗੁਡਸ ਮਤਲਬ ਮਾਲ ਖਰੀਦਿਆ ਆਪਾਂ ਨੇ, ਪ੍ਰੋਡਕਟਸ ਖਰੀਦੇ ਆਪਾਂ ਨੇ। ਕਿਸ ਤੋਂ ਖਰੀਦੇ? ਮਿਸਟਰ ਏ ਤੋਂ ਖਰੀਦੇ। ਕਿਸ ਨੇਚਰ 'ਚ ਹੈ? ਕੈਸ਼ ਵਿੱਚ ਹੈ। ਹੁਣ ਆਪਣਾ ਅਕਾਊਂਟ ਕਿਹੜਾ ਬਣਦਾ? ਉਰੇ ਅਕਾਊਂਟ ਬਣੇਗਾ ਪਰਚੇਸਿਸ ਅਕਾਊਂਟ, ਮਿਸਟਰ ਏ ਅਕਾਊਂਟ ਨਹੀਂ ਬਣੇਗਾ ਉਰੇ। ਤੁਸੀਂ ਲਾਇਓ ਮਿਸਟਰ ਏ ਅਕਾਊਂਟ ਨਹੀਂ ਬਣੇਗਾ। ਉਰੇ ਬਣੇਗਾ ਸਿਰਫ, ਉਰੇ ਕੀ ਬਣੇਗਾ? ਉਰੇ ਸਿਰਫ ਕੈਸ਼ ਅਕਾਊਂਟ ਬਣੇਗਾ। ਕੈਸ਼ ਅਕਾਊਂਟ ਤੇ ਪਰਚੇਸ ਅਕਾਊਂਟ, ਸਿਰਫ ਇਹ ਦੋ ਬਣਨਗੇ, ਹੋਰ ਕੁਛ ਵੀ ਨਹੀਂ ਬਣੇਗਾ। ਤਾਂ ਇਸ ਦੀ ਐਂਟਰੀ ਕਿਵੇਂ ਹੋਏਗੀ? 1 ਜਨਵਰੀ ਆਪਾਂ ਨੇ ਐਜ਼ਿਊਮ ਕਰ ਲਿਆ, ਉਰੇ ਡੇਟ, ਪਾਰਟੀਕੂਲਰਸ, ਲੈਜਰ ਫੋਲੀਓ, ਡੈਬਿਟ, ਕ੍ਰੈਡਿਟ। ਤਾਂ ਆਪਾਂ ਉਰੇ ਪਹਿਲੀ ਐਂਟਰੀ ਕਰ ਰਹੇ ਹਾਂ ਪਰਚੇਸ ਅਕਾਊਂਟ ਡੈਬਿਟ, ਮਤਲਬ ਕਿ ਆਪਾਂ ਕੋਲ ਕੀ ਆਇਆ? ਮਾਲ ਆਇਆ, ਪਰਚੇਸਿਸ ਅਕਾਊਂਟ ਡੈਬਿਟ। ਜੇ ਆਪਾਂ ਨੂੰ ਰੂਲਸ ਨਾਲ ਦੇਖਣਾ ਹੋਵੇ ਤਾਂ ਆਪਾਂ ਰੀਅਲ ਅਕਾਊਂਟ ਲਾਤਾ ਨਾ ਉਰੇ। ਗੁਡਸ ਕੀ ਹੈ? ਕਰੰਟ ਐਸੈਟਸ ਆ ਆਪਣੇ, ਉਹਦਾ ਆਪਾਂ ਰੂਲ ਲਗਾਇਆ ਸੀ, ਡੈਬਿਟ ਵਰਡਸ ਕਮਸ ਇਨ, ਕ੍ਰੈਡਿਟ ਵਰਡਸ ਗੋਜ਼ ਆਊਟ। ਤਾਂ ਆਪਣੇ ਕੋਲ ਕੀ ਆਇਆ? ਪਰਚੇਸਿਸ ਆਏ, ਮਾਲ ਆਇਆ, ਅਤੇ ਆਪਾਂ ਨੇ ਕੀ ਪੇ ਕੀਤਾ? ਕੈਸ਼ ਪੇ ਕੀਤਾ। ਕ੍ਰੈਡਿਟ ਵਰਡਸ ਗੋਜ਼ ਆਊਟ 10,000 ਆਪਾਂ ਨੇ ਇਸ ਤਰ੍ਹਾਂ ਐਂਟਰੀ ਰਿਕਾਰਡ ਕਰਨੀ ਹੈ। ਠੀਕ ਹੈ ਫਰੈਂਡਸ। ਹੁਣ ਆਪਾਂ ਦੂਜੀ ਐਂਟਰੀ ਦੇਖਦੇ ਹਾਂ, ਰੈਂਟ ਪੇਡ ਰੁਪੀਜ਼ 1,000। ਆਪਾਂ ਨੇ ਰੈਂਟ ਪੇ ਕੀਤਾ। ਹੁਣ ਰੈਂਟ ਪੇ ਕੀਤਾ, ਇਸ ਵਿੱਚ ਰੈਂਟ ਪੇਡ ਅਕਾਊਂਟ ਡੈਬਿਟ। ਆਪਾਂ ਨੂੰ ਸਰਵਿਸ ਹੀ ਲਿੱਤੀ ਹੈ ਨਾ, ਆਪਾਂ ਨੇ ਆਪਣਾ ਯੂਜ਼ ਹੀ ਕੀਤਾ, ਆਪਾਂ ਨੇ ਕੋਈ ਰੂਮ ਯੂਜ਼ ਕੀਤਾ, ਉਸਨੇ ਸਾਨੂੰ ਰੈਂਟ ਲਈ ਦਿੱਤਾ। ਜੇ ਆਪਾਂ ਓਵਰਆਲ ਜਨਰਲ 'ਚ ਦੇਖੀਏ, ਆਪਾਂ ਨੇ ਕੁਛ ਲਿੱਤਾ ਹੈ, ਆਪਾਂ ਨੇ ਯੂਜ਼ ਕੀਤਾ, ਤਾਂ ਆਪਾਂ ਕੀ ਕਵਾਂਗੇ? ਰੈਂਟ ਅਕਾਊਂਟ ਨੂੰ ਆਪਾਂ ਡੈਬਿਟ ਕਰਾਂਗੇ, ਉਹਨੂੰ ਪਲੱਸ ਕਰਾਂਗੇ ਨਾ, ਡੈਬਿਟ ਕਰਾਂਗੇ, ਅਤੇ ਮਾਈਨਸ ਕਿਹਨੂੰ ਕਰਾਂਗੇ? ਕੈਸ਼ ਨੂੰ। ਕੈਸ਼ ਨੂੰ ਕਿਉਂ ਕਰਾਂਗੇ? ਅਸੀਂ ਪੇ ਕੀਤਾ। ਤਾਂ ਰੈਂਟ ਪੇਡ ਅਕਾਊਂਟ ਡੈਬਿਟ ਟੂ ਕੈਸ਼। ਹੁਣ ਉਰੇ ਕਿਹੜਾ ਰੂਲ ਲੱਗ ਰਿਹਾ? ਉਰੇ ਨੋਮੀਨਲ ਰੂਲ ਲੱਗ ਰਿਹਾ, ਡੈਬਿਟ ਆਲ ਐਕਸਪੈਂਸਿਸ। ਅਤੇ ਕੈਸ਼ ਕੀ ਹੈ? ਰੀਅਲ ਅਕਾਊਂਟ। ਡੈਬਿਟ ਕ੍ਰੈਡਿਟ ਵਰਡਸ ਗੋਜ਼ ਆਊਟ। ਕੀ ਗਿਆ ਆਪਣੇ ਕੋਲੋਂ? ਕੈਸ਼ ਗਿਆ। ਠੀਕ ਹੈ ਫਰੈਂਡਸ। ਹੁਣ ਅੱਗੇ ਦੇਖੀਏ ਆਪਾਂ ਪਰਚੇਸ ਮਸ਼ੀਨਰੀ। ਆਪਾਂ ਚਲੋ ਇਹਦੀ ਐਂਟਰੀ ਨਹੀਂ ਹੈ ਉਰੇ, ਪਰਚੇਸ ਮਸ਼ੀਨਰੀ ਦੀ। ਚਲੋ ਮੈਂ ਤੁਹਾਨੂੰ ਇਵੇਂ ਦੱਸ ਦਿੰਦਾ, ਪਰਚੇਸ ਮਸ਼ੀਨਰੀ 10,000। ਮਸ਼ੀਨਰੀ ਕੀ ਹੈ? ਐਸੈਟ ਹੈ। ਐਸੈਟ ਕਿਉਂ ਹੈ? ਲੌਂਗ ਟਰਮ, ਫਿਕਸ ਐਸੈਟ ਹੈ। ਐਸੈਟ ਵੀ ਹੈ ਅਤੇ ਫਿਕਸ ਐਸੈਟ ਵੀ ਹੈ, ਕਿਉਂਕਿ ਲੌਂਗ ਟਰਮ ਲਈ ਹੈ। ਇਹ ਕਰੰਟ ਐਸੈਟ ਨਹੀਂ ਹੈ, ਵਿਦਿਨ 12 ਮੰਥਸ ਦੀ ਰੀਸੇਲ ਨਹੀਂ ਹੋਣੀ। ਇਹ ਫਿਕਸ ਐਸੈਟ ਹੈ, ਇਹ ਲੌਂਗ ਟਰਮ ਲਈ ਚੱਲੇ। ਮਸ਼ੀਨਰੀ ਆਪਣੇ ਲੌਂਗ ਟਰਮ ਲਈ ਚੱਲੇ। ਆਪਾਂ ਕੋਈ ਚੀਜ਼ ਖਰੀਦਦੇ ਹਾਂ, ਆਪਾਂ ਵਾਹੀਕਲ ਖਰੀਦਦੇ ਹਾਂ, ਉਹ ਲੌਂਗ ਟਰਮ ਲਈ ਚੱਲਦਾ, ਫਿਕਸ ਐਸੈਟ ਆ ਆਪਣਾ 10-15 ਸਾਲ, ਇਹਦੀ ਇੰਨੀ ਵੈਲਿਊ ਹੈ। ਮਸ਼ੀਨਰੀ ਦੀ ਵੀ ਇੰਨੀ ਵੈਲਿਊ ਹੁੰਦੀ, ਉਹ 'ਚ ਅਲੱਗ ਗੱਲ ਹੈ ਕਿ ਡੈਪਰੀਸੀਏਸ਼ਨ ਲੱਗਦਾ ਉਸ 'ਤੇ, ਉਹ ਤਾਂ ਸਾਰੇ ਪ੍ਰੋਡਕਟਸ ਲੱਗਦਾ। ਆਪਾਂ ਦੁਬਾਰਾ ਜਦੋਂ ਰੀਸੇਲ ਕਰਨ ਜਾਂਦੇ ਹਾਂ, ਉਸ ਵਿੱਚ ਆਪਾਂ ਨੂੰ ਡੈਪਰੀਸੀਏਸ਼ਨ ਦੇਖਣਾ ਪੈਂਦਾ ਕਿ ਸਾਡਾ ਡੈਪਰੀਸੀਏਸ਼ਨ ਕਿੰਨਾ ਲੱਗਿਆ। ਕੋਈ ਚੀਜ਼ ਆਪਾਂ ਨੇ 1 ਲੱਖ ਦੀ ਖਰੀਦੀ, ਤਾਂ 10 ਸਾਲ ਬਾਅਦ ਉਹਦੀ ਵੈਲਿਊ ਜਿੰਨੀ ਰਹਿ ਗਈ, ਤਾਂ ਉਸ ਵਿੱਚ ਆਪਾਂ ਦੇਖਾਂਗੇ ਨਾ ਕਿ ਡੈਪਰੀਸੀਏਸ਼ਨ ਕਿੰਨਾ ਲੱਗਿਆ 10 ਸਾਲਾਂ ਵਿੱਚ। ਤਾਂ ਉਹਨੇ ਆਪਾਂ ਪਰਚੇਸ ਮਸ਼ੀਨਰੀ ਕਰ ਰਹੇ ਹਾਂ 10,000 ਦੀ। ਆਪਾਂ ਨੇ ਮਸ਼ੀਨਰੀ ਪਰਚੇਸ ਕੀਤੀ, ਤਾਂ ਮਸ਼ੀਨਰੀ ਨੂੰ ਕੀ ਕਰਾਂਗੇ? ਮਸ਼ੀਨਰੀ ਅਕਾਊਂਟ ਡੈਬਿਟ 10,000 ਟੂ, ਆਪਾਂ ਨੇ ਕੈਸ਼ 'ਤੇ ਪਰਚੇਸ ਕੀਤੀ ਹੈ। ਆਪਾਂ ਮੰਨ ਕੇ ਚੱਲ ਰਹੇ ਹਾਂ ਕਿ ਆਪਣੇ ਕੈਸ਼ 'ਤੇ ਪਰਚੇਸ ਕੀਤੀ ਹੈ। ਮਸ਼ੀਨਰੀ ਨੂੰ ਡੈਬਿਟ ਕੀਤਾ ਕਿਉਂਕਿ ਮਸ਼ੀਨਰੀ ਸਾਡੇ ਕੋਲ ਆਈ, ਸਾਡੇ ਤੋਂ ਕੀ ਗਿਆ? ਕੈਸ਼ ਗਿਆ। ਕੈਸ਼ ਗਿਆ ਨਾ, ਤਾਂ ਉਰੇ ਕਿਹੜਾ ਰੂਲ ਲੱਗ ਰਿਹਾ? ਜੇ ਆਪਾਂ ਉਂਝ ਦੇਖੀਏ ਤਾਂ ਰੀਅਲ ਅਕਾਊਂਟ, ਰੀਅਲ ਲੱਗ ਰਿਹਾ। ਡੈਬਿਟ ਵਰਡਸ ਕਮਸ ਇਨ, ਮਸ਼ੀਨਰੀ ਆਏ, ਕ੍ਰੈਡਿਟ ਵਰਡਸ ਗੋਜ਼ ਆਊਟ, ਕੈਸ਼ ਗਿਆ। ਹੁਣ ਸੇਲ ਆਫ ਗੁਡਸ ਸੇਲ ਆਫ ਗੁਡਸ ਟੂ ਮਿਸਟਰ ਬੀ ਫੋਰ ਕੈਸ਼। ਆਪਾਂ ਨੇ ਸੇਲ ਕੀਤੀਆਂ, ਮਾਲ ਵੇਚਿਆ, ਆਪਾਂ ਨੇ ਕੈਸ਼ 'ਤੇ ਵੇਚਿਆ, ਮਿਸਟਰ ਬੀ ਨੂੰ ਵੇਚਿਆ। ਉਰੇ ਦੋ ਅਕਾਊਂਟਸ ਬਣਨਗੇ, ਸੇਲ ਅਕਾਊਂਟ, ਕੈਸ਼ ਅਕਾਊਂਟ। ਮਿਸਟਰ ਬੀ ਦਾ ਉਰੇ ਕੋਈ ਕੰਮ ਨਹੀਂ, ਕਿਉਂਕਿ ਜਦ ਆਪਣਾ ਕੈਸ਼ 'ਤੇ ਹੋ ਗਿਆ ਤਾਂ ਮਿਸਟਰ ਬੀ ਦਾ
कोई काम नहीं। ठीक है फ्रेंड्स, ਜਦੋਂ ਇਹਦੀ ਐਂਟਰੀ ਕਰਾਂਗੇ ਕੀ ਕਰਾਂਗੇ ਆਪਾਂ? ਚਲੋ ਦੱਸੋ ਕੀ ਕਰਾਂਗੇ ਆਪਾਂ ਕਰਾਂਗੇ ਸੇਲ ਹੋਈ ਹੈ, ਪੈਸਾ ਆਇਆ ਆਪਣੇ ਕੋਲ, ਪੈਸੇ ਨੂੰ ਕੀ ਕਰਦੇ ਹਾਂ ਆਪਾਂ? ਡੈਬਿਟ ਕਰਦੇ ਹਾਂ, ਪਲੱਸ ਕਰਦੇ ਹਾਂ, ਸਾਡੇ ਕੋਲ ਆਇਆ ਤਾਂ ਕੈਸ਼ ਅਕਾਊਂਟ ਡੈਬਿਟ। ਟੂ ਕੀ ਕਰਾਂਗੇ? ਸੇਲ ਸਾਡੀ ਸੇਲ ਹੋਈ ਹੈ, ਸਾਡਾ ਮਾਲ ਗਿਆ। ਠੀਕ ਹੈ ਫਰੈਂਡਸ, ਹੁਣ ਅੱਗੇ ਜਿਹੜਾ ਸੇਲ ਗੁੱਡਸ ਔਨ ਕ੍ਰੈਡਿਟ, ਹੁਣ ਆਪਾਂ ਨੇ ਕ੍ਰੈਡਿਟ 'ਤੇ ਲਿੱਤਾ ਹੈ। ਹੁਣ ਇਹ ਕ੍ਰੈਡਿਟ ਦਾ ਕੋਈ ਮਿਸਟਰ ਏ ਵੀ ਹੋ ਸਕਦਾ ਸੀ। ਸੇਲ ਗੁੱਡਸ ਕੀਤੇ ਆਪਾਂ ਨੇ ਟੂ ਮਿਸਟਰ ਏ, ਤਾਂ ਆਪਾਂ ਮਿਸਟਰ ਏ ਦਾ ਨਾਮ ਵੀ ਪਾ ਸਕਦੇ ਸੀ। ਜਦ ਤੱਕ ਉਹ ਉਸ 'ਤੇ ਕੈਸ਼ ਨਹੀਂ ਦੇ ਦਿੰਦਾ ਤਦ ਤੱਕ ਸਾਡੀ ਟ੍ਰਾਂਜੈਕਸ਼ਨ ਇਸ ਤਰ੍ਹਾਂ ਹੋਏਗੀ, ਕ੍ਰੈਡਿਟਰ ਅਕਾਊਂਟ ਡੈਬਿਟ ਟੂ ਸੇਲ। ਸਾਡੇ ਵੱਲ ਮਾਲ ਤਾਂ ਗਿਆ ਬਟ ਹਲੇ ਉਧਾਰੀ 'ਤੇ ਹੈ, ਉਧਾਰ 'ਤੇ ਅਸੀਂ ਮਾਲ ਵੇਚਿਆ, ਹੁਣ ਉਸਦਾ ਪੈਸਾ ਆਉਣਾ ਬਾਕੀ ਹੈ 12,000 ਮਤਲਬ ਕਿ ਸਾਡੇ ਉਸ ਤੋਂ ਪੈਸੇ ਲੈਣੇ ਬਾਕੀ ਹੈ। ਜਦ ਆਪਾਂ ਦੂਜੀ ਐਂਟਰੀ ਕਰਾਂਗੇ ਨਾ ਤਾਂ ਆਪਾਂ ਜਦੋਂ ਇਸ ਤੋਂ ਬਾਅਦ ਦੂਜੀ ਐਂਟਰੀ ਕਰਾਂਗੇ 12,000 ਤਾਂ ਜਦੋਂ ਇਸ ਤੋਂ ਬਾਅਦ ਦੂਜੀ ਐਂਟਰੀ ਹੋਏਗੀ ਤਾਂ ਉਰੇ ਆਪਾਂ ਕੀ ਕਰਾਂਗੇ? ਉਰੇ ਆਪਾਂ ਕ੍ਰੈਡਿਟ ਦੀ ਜਗ੍ਹਾ 'ਤੇ ਕੈਸ਼ ਕਰਾਂਗੇ ਕਿਉਂਕਿ ਸਾਡੇ ਕੋਲ ਪੈਸਾ ਆਏਗਾ ਅਤੇ ਇਹ ਕ੍ਰੈਡਿਟਰ ਵਾਲੇ ਦਾ ਨਾਮ ਥੱਲੇ ਆ ਜਾਏਗਾ ਟੂ ਕ੍ਰੈਡਿਟਰ ਅਕਾਊਂਟ। ਪੂਰਾ ਸੇਲ ਅਕਾਊਂਟ ਸੇਲ ਦੀ ਇੱਕ ਵਾਰੀ ਐਂਟਰੀ ਹੋ ਚੁੱਕੀ, ਆਪਣੇ ਵੱਲ ਮਾਲ ਜਾ ਚੁੱਕਾ। ਹੁਣ ਸਿਰਫ ਸਾਡਾ ਨੇਚਰ ਕੀ ਰਹਿ ਗਿਆ? ਸਾਡਾ ਉਸ ਤੋਂ ਸਾਡਾ ਲੈਣ ਦੇਣ ਦਾ ਇਹ ਕੰਮ ਰਹਿ ਗਿਆ ਕਿ ਅਸੀਂ ਉਸ ਤੋਂ ਪੈਸਾ ਲੈਣਾ, ਹੋਰ ਕੁਛ ਨਹੀਂ। ਠੀਕ ਹੈ ਫਰੈਂਡਸ, ਆ ਤੁਹਾਨੂੰ ਅਕਾਊਂਟਿੰਗ ਦੀ ਟਰਮ ਸਮਝ ਆਈਆਂ ਨਾ ਕਿ ਆਪਾਂ ਨੇ ਕਿਸ ਤਰ੍ਹਾਂ ਅਕਾਊਂਟਿੰਗ ਰਿਕਾਰਡ ਕਰਨੀ, ਅਕਾਊਂਟਸ ਦੀ ਐਂਟਰੀ ਰਿਕਾਰਡ ਕਰਨੀ ਹੈ। ਇਹਦੀ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਹੈ। ਇਹਦੇ ਨਾਲ ਤੁਹਾਨੂੰ ਲੈਜਰ ਸਮਝ ਆਏਗਾ, ਇਹਦੇ ਨਾਲ ਤੁਹਾਨੂੰ ਟਰਾਇਲ ਬੈਲੈਂਸ ਸਮਝ ਆਏਗਾ, ਇਹਦੇ ਨਾਲ ਤੁਹਾਨੂੰ ਟ੍ਰੇਡਿੰਗ ਐਂਡ PL ਅਕਾਊਂਟ ਸਮਝ ਆਏਗਾ, ਫਿਰ ਤੁਹਾਨੂੰ ਫਾਈਨਲ ਅਕਾਊਂਟ ਸਮਝ ਆਏਗਾ, ਬੈਲੈਂਸ ਸ਼ੀਟ ਸਮਝ ਆਏਗੀ। ਇਹ ਬੇਸਿਕ ਹੈ, ਇਸ ਨੂੰ ਪ੍ਰੈਕਟੀਕਲ ਵਿੱਚ ਸਮਝਣਾ ਬਹੁਤ ਜ਼ਰੂਰੀ ਹੈ। ਹੁਣ ਅੱਗੇ ਆਪਾਂ ਕੁਝ MCQs ਅੱਜ ਦੇਖਾਂਗੇ। ਸਪੋਜ਼ ਕਰੋ ਕੁਐਸਚਨ ਫਸਟ ਹੈ XYZ ਪੇਡ ਵੇਜਿਸ ਆਫ 10,000 ਫॉर ਇਰੈਕਸ਼ਨ ਆਫ ਮਸ਼ੀਨਰੀ। ਹੁਣ ਉਰੇ ਇਰੈਕਸ਼ਨ ਆਫ ਮਸ਼ੀਨਰੀ ਦੀ ਗੱਲ ਕੀਤੀ ਹੈ, ਵੇਜਿਸ ਪੇ ਕੀਤੇ, ਤਾਂ ਜਨਰਲ ਐਂਟਰੀ ਕੀ ਬਣੇਗੀ? ਜਨਰਲ ਐਂਟਰੀ ਇਹ ਨਹੀਂ ਬਣੇਗੀ ਕਿ ਆਪਾਂ ਨੇ ਮਸ਼ੀਨਰੀ ਲਈ ਕੁਝ ਪੇ ਕੀਤਾ, ਪੇ ਤਾਂ ਕੀਤਾ ਮਗਰ ਉਹਦਾ ਨੇਚਰ ਉਰੇ ਮਸ਼ੀਨਰੀ ਨਾਲ ਰਿਲੇਟਡ ਨਹੀਂ। ਆਪਾਂ ਮਸ਼ੀਨਰੀ ਅਕਾਊਂਟ ਨੂੰ ਡੈਬਿਟ ਨਹੀਂ ਕਰ ਸਕਦੇ, ਸਾਡੇ ਕੋਲ ਮਸ਼ੀਨਰੀ ਆ ਨਹੀਂ ਰਹੀ, ਆਪਾਂ ਨੂੰ ਉਹਨੂੰ ਕਰੈਕਸ਼ਨ ਕਰਨ ਲਈ ਆਪਾਂ ਨੇ ਪੈਸੇ ਦਿੱਤੇ ਹੈ, ਸਾਡੇ ਕੋਲ ਮਸ਼ੀਨਰੀ ਤਾਂ ਹੈਗੀ ਨਾ ਆਪਣੇ ਕੋਲ ਮਸ਼ੀਨਰੀ। ਆਪਾਂ ਸਿਰਫ ਵੇਜਿਸ ਪੇ ਕੀਤੇ ਆ, ਆਪਾਂ ਨੇ ਉਹਦੀ ਲੇਬਰ ਦਿੱਤੀ ਆਪਾਂ ਨੇ, ਤਾਂ ਆਪਾਂ ਉਰੇ ਪੇਡ ਵੇਜਿਸ ਹੈ। ਪੇਡ ਵੇਜਿਸ ਨੂੰ ਆਪਾਂ ਕਿਵੇਂ ਕਵਾਂਗੇ ਕਿ ਡੈਬਿਟ ਵੇਜਿਸ ਹੋਣਗੇ, ਵੇਜਿਸ ਕਹੋਗੇ ਅਤੇ ਕੈਸ਼ ਕੀ ਹੋਏਗਾ? ਕ੍ਰੈਡਿਟ। ਸਾਡੇ ਕੋਲ ਪੈਸਾ ਗਿਆ, ਅਸੀਂ ਵੇਜਿਸ ਲਿੱਤੀ ਹੈ, ਉਸ ਤੋਂ ਵੇਜਿਸ ਲਿੱਤੀ ਹੈ, ਉਸ ਤੋਂ ਕੰਮ ਕਰਾਇਆ ਸੀ, ਸਾਡਾ ਕੰਮ ਹੋਇਆ ਅਤੇ ਕੈਸ਼ ਕ੍ਰੈਡਿਟ ਹੋਏਗਾ, ਤਾਂ ਆਪਸ਼ਨ A ਆ ਜਾਏਗਾ। ਠੀਕ ਹੈ ਫਰੈਂਡਸ, ਹੁਣ ਅੱਗੇ ਆਪਣਾ ਹੈਗਾ ਸੈਕਿੰਡ ਕੁਐਸਚਨ। ਜਦੋਂ ਆਪਾਂ ਹੁਣ ਸੈਕਿੰਡ ਕੁਐਸਚਨ ਦੇਖਾਂਗੇ ਤਾਂ ਪਰਚੇਸ ਆਫ ਗੁੱਡਸ ਔਨ ਕ੍ਰੈਡਿਟ, ਆਪਾਂ ਨੇ ਗੁੱਡਸ ਕ੍ਰੈਡਿਟ 'ਤੇ ਖਰੀਦੇ ਹੈ, ਇਸ ਦੀ ਐਂਟਰੀ ਕੀ ਹੋਏਗੀ? ਇਸ ਵਿੱਚ ਮਤਲਬ ਇਸ ਵਿੱਚ ਜਨਰਲ ਐਂਟਰੀ ਨੂੰ ਪੁੱਛ ਰਹੇ, ਇਸ ਵਿੱਚ ਇਹ ਪੁੱਛ ਰਹੇ ਕਿ ਲਾਇਬਿਲਿਟੀ ਇਨਕਰੀਜ਼ ਹੋਏਗੀ, ਇਨਕਰੀਜ਼ ਐਸੈਟਸ ਹੋਣਗੇ, ਇਨਕਰੀਜ਼ ਦੀ ਬੋਥ ਐਸੈਟਸ ਐਂਡ ਲਾਇਬਿਲਿਟੀਜ਼ ਹੋਣਗੀਆਂ, ਜਾਂ ਡਿਕਰੀਜ਼ ਐਸੈਟਸ ਹੋਣਗੇ, ਕੀ ਹੋਏਗਾ? ਸੋਚੋ, ਮੈਂ ਤੁਹਾਨੂੰ ਪੜ੍ਹਾਇਆ ਪਿੱਛੇ, ਇਸ ਵਿੱਚ ਲਾਇਬਿਲਿਟੀਜ਼ ਇਨਕਰੀਜ਼ ਤਾਂ ਹੋ ਰਹੀਆਂ ਕਿਉਂਕਿ ਆਪਾਂ ਨੇ ਮਾਲ ਪਰਚੇਸ ਕੀਤਾ, ਉਧਾਰੀ 'ਤੇ ਲਿੱਤਾ, ਸਾਨੂੰ ਪੈਸਾ ਦੇਣਾ ਹੈ, ਮੈਂ ਇਸਦੇ ਨਾਲ ਦੀ ਨਾਲ ਸਾਡੇ ਐਸੈਟਸ ਵੀ ਵੱਧ ਰਹੇ, ਸਾਡੇ ਕੋਲ ਮਾਲ ਆਇਆ ਵੀ ਤਾਂ ਹੈ, ਅਸੀਂ ਉਹ ਵੀ ਤਾਂ ਲਿੱਤਾ, ਉਹ ਵੀ ਤਾਂ ਵੱਧ ਰਿਹਾ, ਤਾਂ ਇਹ ਦੋਨੋਂ ਚੀਜ਼ਾਂ ਆਉਣਗੀਆਂ, ਬੋਥ A ਐਂਡ B। ਠੀਕ ਹੈ ਫਰੈਂਡਸ, ਅੱਗੇ ਆ ਗਿਆ ਪਰਚੇਸ ਆਫ ਰॉ ਮਟੀਰੀਅਲ ਫॉर ਕੈਸ਼। ਆਪਾਂ ਨੇ ਰॉ ਮਟੀਰੀਅਲ ਪਰਚੇਸ ਕੀਤਾ, ਆਪਾਂ ਨੇ ਕੈਸ਼ 'ਤੇ ਪਰਚੇਸ ਕੀਤਾ, ਤਾਂ ਉਰੇ ਕੀ ਹੋ ਰਿਹਾ ਦੱਸੋ? ਸੋਚੋ ਕੀ ਹੋ ਰਿਹਾ ਆਪਣਾ ਉਰੇ? ਆਪਾਂ ਨੇ ਰॉ ਮਟੀਰੀਅਲ ਤੋਂ ਪਰਚੇਸ ਕਰ ਲਿਆ, ਮੈਂ ਸਾਡਾ ਕੈਸ਼ ਵੀ ਤਾਂ ਗਿਆ। ਸੋਚੋ ਕੀ ਹੋਏਗਾ ਉਰੇ? ਪਰਚੇਸ ਆਫ ਰॉ ਮਟੀਰੀਅਲ ਫॉर ਕੈਸ਼, ਇਨਕਰੀਜ਼ ਹੋਣਗੇ ਟੋਟਲ ਐਸੈਟਸ,
ਲੀਵਸ ਟੋਟਲ ਐਸੈਟਸ ਅਨਚੇਂਜਡ ਹੋਣਗੇ, ਇੰਕਰੀਜ਼ ਦੀ ਟੋਟਲ ਫਿਕਸਡ ਐਸੈਟ ਹੋਣਗੇ, ਜਾਂ ਇਨਕਰੀਜ਼ ਦੀ ਟੋਟਲ ਕਰੰਟ ਐਸੈਟ ਹੋਣਗੇ। ਫਿਕਸਡ ਐਸੈਟ ਦੀ ਤਾਂ ਉਰੇ ਤੁਸੀਂ ਕੁਐਸਚਨ ਇਹ ਤਾਂ ਆਪਸ਼ਨ ਮਿਟਾ ਹੀ ਸਕਦੇ ਹੋ, ਇਹ ਤਾਂ ਹੋ ਹੀ ਨਹੀਂ ਸਕਦਾ। ਬਾਕੀ ਦੇਖੋ, ਬਾਕੀ ਇਹ ਇਨਕਰੀਜ਼ ਹੋਣਗੇ ਟੋਟਲ ਐਸੈਟਸ। ਟੋਟਲ ਐਸੈਟ ਕਿਵੇਂ ਇਨਕਰੀਜ਼ ਹੋਣਗੇ? ਜਦ ਆਪਾਂ ਨੇ ਮਾਲ ਪਰਚੇਸ ਕੀਤਾ ਤਾਂ ਸਾਡੇ ਹੱਥੋਂ ਕੈਸ਼ ਵੀ ਤਾਂ ਗਿਆ, ਕੈਸ਼ ਨਹੀਂ ਗਿਆ ਆਪਣੇ ਹੱਥੋਂ, ਉਹ ਵੀ ਤਾਂ ਐਸੈਟ ਹੈ। ਤਾਂ ਉਰੇ ਕੁਛ ਵੀ ਨਹੀਂ ਚੇਂਜ ਹੋਏਗਾ, ਕਿਉਂਕਿ ਇੱਕ ਪਾਸੋਂ ਮਾਲ ਆਇਆ, ਇੱਕ ਪਾਸੋਂ ਪੈਸੇ ਗਏ, ਦੋਨਾਂ ਵਿੱਚ ਬਰਾਬਰੀ ਹੋਊਗੀ, ਤਾਂ ਕੁਛ ਵੀ ਚੇਂਜ ਨਹੀਂ ਹੋਏਗਾ। ਹੁਣ ਜਦੋਂ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ, ਦ ਐਂਟਰੀ ਟੂ ਰਿਕਾਰਡ ਦੀ ਕਲੈਕਸ਼ਨ ਆਫ ਕੈਸ਼ ਫਰੋਮ ਸਨਡਰੀ ਡੈਟਰਸ ਵੁੱਡ ਇਨਵੋਲਵ ਆਪਾਂ ਨੇ ਕੈਸ਼ ਲਿੱਤਾ ਡੈਟਰਸ ਤੋਂ। ਡੈਟਰਸ ਕੌਣ ਹੈ? ਜਿਨ੍ਹਾਂ ਤੋਂ ਅਸੀਂ ਪੈਸਾ ਲੈਣਾ, ਜਿਸ ਨੂੰ ਆਪਾਂ ਮਾਲ ਵੇਚਿਆ ਅਤੇ ਉਧਾਰ 'ਤੇ ਵੇਚਿਆ, ਉਹ ਸਾਡੇ ਡੈਟਰਸ ਹੈ। ਜਿਨ੍ਹਾਂ ਨੂੰ ਵੇਚਿਆ ਉਹ ਸਾਡੇ ਡੈਟਰਸ ਹੈ, ਅਸੀਂ ਉਹਨਾਂ ਤੋਂ ਪੈਸੇ ਲੈਣੇ ਹੈ। ਤਾਂ ਆਪਾਂ ਕੀ ਕਰਾਂਗੇ ਉਰੇ? ਸੋਚੋ, ਡੈਬਿਟ ਟੂ ਸਨਡਰੀ ਡੈਟਰਸ ਕਰਾਂਗੇ, ਡੈਬਿਟ ਟੂ ਕੈਸ਼ ਅਕਾਊਂਟ ਕਰਾਂਗੇ, ਕ੍ਰੈਡਿਟ ਟੂ ਸਨਡਰੀ ਡੈਟਰਸ ਕਰਾਂਗੇ, ਕ੍ਰੈਡਿਟ ਟੂ ਕੈਸ਼ ਅਕਾਊਂਟ ਕਰਾਂਗੇ। ਉਰੇ ਦੋ ਆਪਸ਼ਨਾਂ ਆ, ਆਪਾਂ ਨੇ ਸਿਲੈਕਟ ਕਰਨੀ ਹੈ। ਆਪਾਂ ਕੀ ਆਇਆ ਆਪਣੇ ਕੋਲ? ਕੈਸ਼ ਆਇਆ। ਆਪਣੇ ਕੋਲ ਕੀ ਆਇਆ? ਕੈਸ਼ ਆਇਆ। ਕੈਸ਼ ਆਇਆ ਤਾਂ ਕੈਸ਼ ਅਕਾਊਂਟ ਡੈਬਿਟ ਹੋਏਗਾ, ਡੈਬਿਟ ਟੂ ਕੈਸ਼ ਅਕਾਊਂਟ। ਕੈਸ਼ ਅਕਾਊਂਟ ਨੂੰ ਆਪਾਂ ਡੈਬਿਟ ਕਰਾਂਗੇ। ਕ੍ਰੈਡਿਟ ਨੂੰ ਕੀ ਕਰਾਂਗੇ ਆਪਾਂ? ਸਨਡਰੀ ਡੈਟ। ਕਿਸ ਤੋਂ ਆਇਆ? ਸਨਡਰੀ ਡੈਟਰਸ ਤੋਂ ਆਇਆ। ਠੀਕ ਹੈ ਫਰੈਂਡਸ। ਪੰਜਵਾਂ ਕੁਐਸਚਨ ਵਿਚ ਆਫ ਦਾ ਫੋਲੋਇੰਗ ਇਜ਼ ਆਰ ਫਿਕਸਡ ਐਸੈਟਸ? ਕਿਹੜੇ ਕਿਹੜੇ ਸਾਡੇ ਫਿਕਸਡ ਐਸੈਟਸ ਹੈ ਇਹਨਾਂ ਚੋਂ? ਸੋਚੋ। ਕਲੋਜ਼ਿੰਗ ਇਨਵੈਂਟਰੀ ਨਹੀਂ ਹੋ ਸਕਦਾ। ਫਿਕਸਡ ਡਿਪੋਜ਼ਿਟ ਇਨ ਅ ਬੈਂਕ ਦੀ ਗੱਲ ਆ ਗਈ, ਨਹੀਂ ਹੋ ਸਕਦਾ। ਪ੍ਰੀਪੇਡ ਐਕਸਪੈਂਸਿਸ ਨਹੀਂ ਹੋ ਸਕਦਾ। ਪੇਟੈਂਟਸ ਕੀ ਹੁੰਦੇ ਆ? ਕਾਪੀਰਾਈਟਸ ਮਤਲਬ, ਪੇਟੈਂਟਸ ਮਤਲਬ ਸਿਕਿਉਰ ਕਰ ਲੈਣਾ। ਅਸੀਂ ਪੇਟੈਂਟ ਕਰਾ ਲਿਆ, ਸਿਕਿਉਰ ਕਰਾ ਲਿਆ, ਕੋਈ ਵੀ ਕੰਪਨੀ ਹੈ, ਕੁਛ ਵੀ ਹੈ, ਤਾਂ ਕਿ ਦੂਜਾ ਸਾਡੇ ਕਾਪੀ ਨਾ ਕਰ ਸਕੇ। ਠੀਕ ਹੈ ਫਰੈਂਡਸ, ਇਹ ਫਿਕਸਡ ਐਸੈਟ ਹੁੰਦੇ ਆ। ਫਿਕਸ ਐਸੈਟ ਲੌਂਗ ਟਰਮ ਲਈ, ਸਾਡੀ ਲੌਂਗ ਟਰਮ ਨਾਲ ਹੈਲਪਫੁਲ ਰਹਿਣਗੇ। ਵਿਚ ਆਫ ਦਿਸ ਇਜ਼ ਨੋਟ ਆ ਪ੍ਰੋਸੈਸ ਆਫ ਅਕਾਊਂਟਿੰਗ? ਇਹਨਾਂ 'ਚੋਂ ਕਿਹੜੇ ਅਕਾਊਂਟਿੰਗ ਦੀ ਪ੍ਰੋਸੈਸ ਨਹੀਂ ਹੈ? ਦੇਖੋ ਧਿਆਨ ਨਾਲ, ਬਹੁਤ ਆਸਾਨ ਹੈ ਇਸ ਵਿੱਚ ਤਾਂ। ਜਨਰਲ ਹੈਗੀ ਹੈ, ਕਲਾਸੀਫਾਈਂਗ ਹੈਗਾ, ਸਮਰਾਈਜ਼ਿੰਗ ਹੈਗਾ। ਕੀ ਨਹੀਂ ਹੈ? ਪ੍ਰਿੰਟਿੰਗ ਐਸੀ ਕੋਈ ਪ੍ਰੋਸੈਸ ਨਹੀਂ ਹੈ। ਸੋ ਇਟ ਇਜ਼ ਅ ਪ੍ਰਿੰਟਿੰਗ ਹੈ। ਪ੍ਰਿੰਟਿੰਗ ਨੂੰ ਆਪਾਂ ਸਿਲੈਕਟ ਕਰਾਂਗੇ। ਐਨੀ ਇਨਕਮ ਆਫ ਪ੍ਰੋਫਿਟ ਡਰਾਈਵਡ ਬਾਈ ਕੈਰਿੰਗ ਔਨ ਦਾ ਬਿਜ਼ਨਸ ਔਰ ਡਿਊਰਿੰਗ ਦਾ ਕੋਰਸ ਆਫ ਬਿਜ਼ਨਸ। ਵਿੱਚ ਕੁਝ ਐਸੇ MCQs ਵੀ ਆਉਣਗੇ ਜਿਸ ਦਾ ਹਾਲੇ ਤੁਸੀਂ ਪੜ੍ਹਿਆ ਨਹੀਂ ਹੈ, ਬਟ ਤੁਹਾਨੂੰ ਥੋੜ੍ਹਾ ਬਹੁਤਾ ਫੈਮੀਲੀਅਰ ਹੋਣਾ ਜ਼ਰੂਰੀ ਹੈ। ਮੈਂ ਪਿਛਲੇ ਲੈਕਚਰ 'ਚ ਵੀ ਦੱਸਿਆ ਸੀ ਤੁਹਾਨੂੰ ਆਸਾਨੀ ਰਹੇਗੀ, ਜਲਦੀ ਤੁਸੀਂ ਪਿਕਅਪ ਕਰ ਪਾਓਗੇ, ਲਿੰਕ ਬਣਾ ਪਾਓਗੇ। ਤਾਂ ਇਸ ਵਿੱਚ ਆਪਾਂ ਕੀ ਕਵਾਂਗੇ? ਇਸ ਵਿੱਚ ਆਪਾਂ ਕੈਪੀਟਲ ਰਿਸਿਪਟ, ਰੈਵਨਿਊ ਗੇਨ, ਕੈਪੀਟਲ ਗੇਨ। ਪੂਰੇ ਆਪਾਂ ਕਵਾਂਗੇ ਰੈਵਨਿਊ ਰਿਸਿਪਟ। ਠੀਕ ਹੈ ਫਰੈਂਡਸ। when the benefits of revenue expenditure is available for a period of 2 or 3 years। ਇੱਕ ਨਵਾਂ ਟੌਪਿਕ ਹੈ ਜੋ MCQs 'ਚ ਆਇਆ, ਬਟ ਸਾਨੂੰ ਥੋੜ੍ਹਾ ਬਹੁਤਾ ਇਸ ਵਿੱਚ ਐਕਸਪਲੇਨ ਕਰਨ ਦੀ ਜ਼ਰੂਰਤ ਹੈ। ਇਹ ਬਾਅਦ 'ਚ ਵੀ ਆਏਗਾ, ਬਟ MCQs ਵਿੱਚ ਆਪਾਂ ਨੂੰ ਦੇਖਣਾ ਜ਼ਰੂਰੀ ਹੈ। ਇਹ ਕੀ ਹੈ? ਰੈਵਨਿਊ ਐਕਸਪੈਂਡੀਚਰ ਹੈ? ਨਹੀਂ। ਇਹ ਕੈਪੀਟਲ ਐਕਸਪੈਂਡੀਚਰ ਹੈ? ਨਹੀਂ। ਇਹ ਡੈਪਰੀਸ਼ੀਏਸ਼ਨ ਹੈ? ਬਿਲਕੁਲ ਨਹੀਂ। ਇਹ ਡੈਫਰਡ ਰੈਵਨਿਊ ਐਕਸਪੈਂਡੀਚਰ ਹੈ। ਡੈਫਰਡ ਰੈਵਨਿਊ ਐਕਸਪੈਂਡੀਚਰ ਹੁੰਦਾ ਹੈ ਕਿ ਆਪਾਂ ਨੇ ਕੋਈ ਖਰਚਾ ਕੀਤਾ ਜਿੱਦਾਂ ਸਾਨੂੰ ਫਾਇਦਾ 2-3 ਸਾਲ ਬਾਅਦ ਜਾ ਕੇ ਹੋਏਗਾ, ਮਤਲਬ ਫਾਇਦਾ ਹੋਣਾ ਸਟਾਰਟ ਹੋ ਜਾਏਗਾ। ਜਿਹੜਾ ਆਪਣੇ ਲੌਂਗ ਟਰਮ ਲਈ ਕੀਤਾ, ਹੁਣ ਤਾਂ ਲੱਗ ਰਿਹਾ ਖਰਚਾ, ਮਗਰ ਬਾਅਦ 'ਚ ਸਾਨੂੰ ਫਾਇਦਾ ਹੀ ਫਾਇਦਾ। ਕੋਈ ਮਾਰਕੀਟਿੰਗ ਸਟ੍ਰੈਟਜੀ ਬਣਾਈ ਹੈ, ਕੋਈ ਪ੍ਰੋਡਕਟ ਨੂੰ ਵੇਚਣ ਦੀ, ਉਹਦੇ ਉੱਪਰ ਆਪਾਂ ਖਰਚਾ ਕੀਤਾ। ਮਤਲਬ ਸਾਨੂੰ ਇਸ ਦੇ ਵਿੱਚ ਸਾਡਾ ਮੋਟਿਵ ਕੀ ਹੈ ਕਿ ਇਸਦਾ ਸਾਨੂੰ ਬੈਨੀਫਿਟ ਆਉਣ ਵਾਲੇ 2-3 ਸਾਲਾਂ 'ਚ ਮਿਲਣ ਲੱਗ ਜਾਏਗਾ, ਕਿਉਂਕਿ ਉਹ ਸਾਈਕਲ ਚੱਲਦਾ ਜਾਏਗਾ ਨਾ, ਉਹ ਘੁੰਮਦਾ ਜਾਏਗਾ ਸਾਈਕਲ।
ਤਾਂ ਉਹ ਸਾਨੂੰ ਫਾਇਦਾ ਦਿੰਦਾ ਜਾਏਗਾ, ਉਹ ਹੋਏਗਾ ਡੈਫਰਡ ਰੈਵਨਿਊ ਐਕਸਪੈਂਡੀਚਰ। ਉਸ ਤੋਂ ਅੱਗੇ ਪਰਚੇਸ ਆਫ ਗੁਡਸ ਫॉर ਕੈਸ਼ ਫਰੋਮ ਰਸੀਦ ਇਜ਼ ਟੂ ਬੀ ਰਿਕਾਰਡਡ ਬਾਏ। ਸੋਚੋ, ਇਹ ਤਾਂ ਬਹੁਤ ਆਸਾਨ ਹੈ। ਹੁਣ ਉਰੇ ਦੇਖੋ, ਉਰੇ ਆਪਾਂ ਹੁਣੇ ਗੱਲ ਕੀਤੀ ਪਰਚੇਸਿਸ ਦੀ ਗੱਲ ਕੀਤੀ, ਕੈਸ਼ ਹੈ, ਰਸੀਦ ਹੈ। ਉਰੇ ਆਪਾਂ ਤਿੰਨ ਚੀਜ਼ਾਂ ਆ ਗਈਆਂ, ਬਟ ਆਪਾਂ ਨੇ ਦੇਖਣਾ ਹੈ ਕਿ ਸਟੇਟਮੈਂਟ ਕਹਿ ਕੀ ਰਹੀ ਹੈ। ਆਪਾਂ ਨੇ ਗੁਡਸ ਪਰਚੇਸ ਕੀਤੇ ਕੈਸ਼ 'ਤੇ, ਜੇ ਆਪਣੇ ਕੈਸ਼ 'ਤੇ ਪਰਚੇਸ ਕਰ ਲਿਆ ਸਾਨੂੰ ਕੋਈ ਮਤਲਬ ਨਹੀਂ ਆਪਣੇ ਕਿਸ ਤੋਂ ਪਰਚੇਸ ਕੀਤੇ ਕਿਸ ਤੋਂ ਨਹੀਂ, ਸਾਡਾ ਕੈਸ਼ ਨਾਲ ਮੋਟਿਵ ਸੀ, ਆਪਣੇ ਕੈਸ਼ ਦੇਤਾ, ਕਹਾਣੀ ਖਤਮ। ਤਾਂ ਉਰੇ ਕੀ ਆ ਜਾਏਗਾ, ਡੈਬਿਟਿੰਗ ਪਰਚੇਸ ਅਕਾਊਂਟ, ਕ੍ਰੈਡਿਟਿੰਗ ਕੈਸ਼ ਅਕਾਊਂਟ। ਸੈਕਿੰਡ ਪੁਆਇੰਟ, ਠੀਕ ਹੈ ਫਰੈਂਡਸ। ਅੱਗੇ ਆ ਗਿਆ ਕਲੋਜ਼ਿੰਗ ਸਟਾਕ। ਮੈਂ ਕਲੋਜ਼ਿੰਗ ਸਟਾਕ ਦੀ ਵੀ ਗੱਲ ਕੀਤੀ ਸੀ। ਇਸ ਜਨਰਲੀ ਵੈਲਿਊ ਐਡ, ਕਲੋਜ਼ਿੰਗ ਸਟਾਕ ਕਿਸ ਜਨਰਲੀ ਵੈਲਿਊ ਐਡ 'ਤੇ ਹੁੰਦਾ, ਦੱਸਿਆ ਸੀ ਤੁਹਾਨੂੰ ਮੈਂ, ਇਹ ਹੋਏਗਾ ਕੋਸਟ ਪ੍ਰਾਈਸ ਜਾਂ ਮਾਰਕੀਟ ਪ੍ਰਾਈਸ ਵਿਚ ਐਵਰੇਜ ਲੈਸ। ਕਲੋਜ਼ਿੰਗ ਸਟਾਕ ਕੀ ਹੁੰਦਾ, ਮੈਂ ਤੁਹਾਨੂੰ ਦੱਸਿਆ ਸੀ, ਅੰਤ ਵਿੱਚ ਬਚਿਆ ਬਕਾਇਆ। ਟ੍ਰੇਡਿੰਗ ਅਕਾਊਂਟ ਸੁਣਿਆ ਨਾ, ਟ੍ਰੇਡਿੰਗ ਅਕਾਊਂਟ ਮੈਂ ਤੁਹਾਨੂੰ ਦੱਸਿਆ ਸੀ ਕਿ ਟ੍ਰੇਡਿੰਗ ਅਕਾਊਂਟ ਬਣਦਾ ਹੈ ਜਿਸ ਵਿੱਚ ਆਪਾਂ ਨੈਟ ਸੇਲ 'ਚੋਂ ਕੋਸਟ ਆਫ ਗੁੱਡ ਸੋਲਡ ਮਾਈਨਸ ਕਰਦੇ ਹਾਂ। ਕੋਸਟ ਆਫ ਗੁੱਡ ਸੋਲਡ ਕੀ ਹੁੰਦਾ, ਓਪਨਿੰਗ, ਜਿੰਨਾ ਸਾਡਾ ਪਿਛਲੇ ਸਾਲ ਦਾ ਮਾਲ ਆਇਆ ਸੀ, ਜੋ ਇਸ ਸਾਲ ਆਪਾਂ ਨੇ ਪਰਚੇਸ ਕੀਤਾ, ਅਤੇ ਪਰਚੇਸ ਕਰਨ ਉੱਪਰ ਜਿਹੜੇ ਡਾਇਰੈਕਟ ਖਰਚੇ ਆਏ, ਸਿੱਧੇ ਖਰਚੇ ਆਏ, ਅਤੇ ਉਸ ਵਿੱਚੋਂ ਅਸੀਂ ਮਾਈਨਸ ਕਰਤਾ ਕਲੋਜ਼ਿੰਗ ਸਟਾਕ, ਜਿੰਨਾ ਬਚ ਗਿਆ। ਕਲੋਜ਼ਿੰਗ ਸਟਾਕ ਜਿਹੜਾ ਹੋਏਗਾ ਉਹ ਆਪਣਾ ਕੋਸਟ ਪ੍ਰਾਈਸ ਉੱਪਰ ਹੋਏਗਾ ਜਾਂ ਮਾਰਕੀਟ ਪ੍ਰਾਈਸ ਹੋਏਗਾ, ਜੀ ਉਸਦੀ ਵੈਲਿਊ ਜਾਂ ਕੋਸਟ ਪ੍ਰਾਈਸ ਉੱਪਰ ਹੋਏਗੀ ਜਾਂ ਮਾਰਕੀਟ ਪ੍ਰਾਈਸ ਉੱਪਰ ਹੋਏਗੀ। ਠੀਕ ਹੈ ਫਰੈਂਡਸ, ਸੋ ਇਸਦਾ ਆਨਸਰ ਹੋ ਗਿਆ ਆਪਸ਼ਨ ਡੀ। ਓਕੇ ਫਰੈਂਡਸ, ਅੱਜ ਲਈ ਇੰਨਾ ਹੀ। ਅੱਗੇ ਆਪਾਂ ਹੁਣ ਹੌਲੀ ਹੌਲੀ ਸਟੈਪ ਵਧਾਉਂਦੇ ਜਾਵਾਂਗੇ, ਸਾਨੂੰ ਕਲੈਰਿਟੀ ਆਉਂਦੀ ਜਾਏਗੀ। ਅਤੇ ਤੁਹਾਨੂੰ ਤਾਂ ਵੀ ਕੋਈ ਵੀ ਪ੍ਰੋਬਲਮ ਆਵੇ, ਤੁਹਾਨੂੰ ਕੋਈ ਵੀ ਟੌਪਿਕ ਨਾ ਸਮਝ ਆਵੇ ਜਾਂ ਮੇਰੇ ਵੀਡੀਓ ਨੂੰ ਰਿਗਾਰਡਿੰਗ ਕੋਈ ਪ੍ਰੋਬਲਮ ਆਈ ਹੋਵੇ, ਤਾਂ ਤੁਸੀਂ ਜ਼ਰੂਰ ਕਮੈਂਟ ਕਰਿਓ, ਮੈਂ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗਾ। ਜੇ ਤੁਹਾਨੂੰ ਲੈਕਚਰ ਅੱਛਾ ਲੱਗਿਆ ਹੋਵੇ, ਸ਼ੇਅਰ ਜ਼ਰੂਰ ਕਰਿਓ, ਲਾਈਕ ਕਰਿਓ ਅਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ। ਓਕੇ ਫਰੈਂਡਸ, ਥੈਂਕ ਯੂ।